ਸਤਿ ਸ਼੍ਰੀ ਅਕਾਲ। ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਤੁਸੀਂ ਦੇਖ ਰਹੇ ਹੋ। ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਤੇ ਇਸ ਬੁਲੇਟਿਨ ਦਾ ਆਗਾਜ਼ ਅਸੀਂ ਕਰਨ ਜਾ ਰਹੇ ਹਾਂ। ਸਭ ਤੋਂ ਪਹਿਲਾਂ ਖਬਰ ਲਾਕਡਾਊਨ ਦੇ ਨਾਲ ਜੁੜੀ ਹੋਈ ਚੰਡੀਗੜ੍ਹ ਤੋਂ ਵੱਡੀ ਖਬਰ ਹੈ। ਚੰਡੀਗੜ੍ਹ ਦੇ ਵਿੱਚ ਨਾਈਟ ਕਰਫਿਊ ਖਤਮ ਕੀਤਾ ਜਾ ਸਕਦਾ ਹੈ। ਜੀ ਹਾਂ, ਸ਼ਹਿਰ ਦੇ ਵਿੱਚ ਬਾਰ ਅਤੇ ਰੈਸਟੋਰੈਂਟ ਨੂੰ ਵੀ ਛੋਟ ਸੰਭਵ ਹੈ ਜੋ ਇਸ ਸਮੇਂ ਸਾਨੂੰ ਜਾਣਕਾਰੀ ਮਿਲ ਰਹੀ ਹੈ। ਪੰਜਾਬ ਦੇ ਵਿੱਚ ਬੇਸ਼ੱਕ ਇਸ ਸਮੇਂ ਸਰਕਾਰ ਨੇ ਸਖਤੀ ਕੀਤੀ ਹੋਵੇ, ਅਨਲੌਕ 4 ਦੀਆਂ ਜਿਹੜੀਆਂ ਹਦਾਇਤਾਂ ਨੇ ਉਸ ਦਾ ਇੰਤਜ਼ਾਰ ਕੀਤਾ ਜਾ ਰਿਹਾ, ਪਰ ਇਸ ਸਭ ਦੇ ਵਿਚਾਲੇ ਅਸੀਂ ਚੰਡੀਗੜ੍ਹ ਦੇ ਨਾਲ ਜੁੜੀ ਹੋਈ ਵੱਡੀ ਖਬਰ ਤੁਹਾਨੂੰ ਦੇ ਰਹੇ ਹਾਂ। ਚੰਡੀਗੜ੍ਹ ਦੇ ਵਿੱਚ ਨਾਈਟ ਕਰਫਿਊ ਹਟਾਇਆ ਜਾ ਸਕਦਾ ਹੈ। ਜੀ ਹਾਂ, ਅਨਲੌਕ 4 ਦੇ ਵਿੱਚ ਹਟਾਈਆਂ ਜਾ ਸਕਦੀਆਂ ਨੇ ਪਾਬੰਦੀਆਂ। ਚੰਡੀਗੜ੍ਹ ਪ੍ਰਸ਼ਾਸਨ ਦੀ ਅਹਿਮ ਮੀਟਿੰਗ ਜਾਰੀ ਹੈ। ਥੋੜੀ ਦੇਰ ਦੇ ਵਿੱਚ ਨਵੀਆਂ ਗਾਈਡਲਾਈਨ ਸਭ ਦੇ ਸਾਹਮਣੇ ਹੋਣਗੀਆਂ। ਇਸ ਵਿਚਾਲੇ ਜਦੋਂ ਅਸੀਂ ਪੰਜਾਬ ਦਾ ਵੀ ਇੰਤਜ਼ਾਰ ਕਰ ਰਹੇ ਹਾਂ ਕਿ ਪੰਜਾਬ ਦੀਆਂ ਨਵੀਆਂ ਗਾਈਡਲਾਈਨਸ ਕੀ ਹੁੰਦੀਆਂ ਨੇ, ਕਿਉਂਕਿ ਸੈਂਟਰ ਕਹਿ ਰਿਹਾ ਕਿ ਬਹੁਤ ਹੋ ਗਈ ਸਖਤੀ। ਸੈਂਟਰ ਨੇ ਸਾਫ਼ ਸੰਕੇਤ ਦਿੱਤੇ ਨੇ, ਯਾਨੀ ਕਿ ਕੇਂਦਰ ਸਰਕਾਰ ਕਹਿ ਰਹੀ ਹੈ ਕਿ ਹੁਣ ਸਖਤੀ ਦੇ ਮੂਡ ਦੇ ਵਿੱਚ ਕੇਂਦਰ ਸਰਕਾਰ ਨਹੀਂ ਹੈ। ਪੰਜਾਬ ਦਾ ਇੰਤਜ਼ਾਰ ਹੈ, ਪਰ ਇਸ ਸਮੇਂ ਚੰਡੀਗੜ੍ਹ ਨੂੰ ਲੈ ਕੇ ਸਾਡੇ ਕੋਲ ਵੱਡੀ ਖਬਰ ਹੈ। ਚੰਡੀਗੜ੍ਹ ਦੇ ਵਿੱਚ ਨਾਈਟ ਕਰਫਿਊ ਹਟਾਇਆ ਜਾ ਸਕਦਾ ਹੈ। ਜੋ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਪਹਿਲਾਂ ਲਗਾਇਆ ਗਿਆ ਸੀ, ਇਹੀ ਨਾਈਟ ਕਰਫਿਊ ਪੰਜਾਬ ਦੇ ਵਿੱਚ ਸ਼ਾਮ 7 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਹੈ। ਮੈਂ ਪੰਜਾਬ ਵਾਲੇ ਮੁੱਦੇ ਤੇ ਆਵਾਂਗਾ, ਪਹਿਲਾਂ ਚੰਡੀਗੜ੍ਹ ਦਾ ਰੁਖ ਕਰਦੇ ਹਾਂ। ਮੇਰੇ ਸਹਿਯੋਗੀ ਇਸ ਸਮੇਂ ਮਨੋਜ ਰਾਠੀ ਚੰਡੀਗੜ੍ਹ ਤੋਂ ਸਾਡੇ ਨਾਲ ਫੋਨ ਲਾਈਨ ਤੇ ਜੁੜ ਰਹੇ ਨੇ। ਮਨੋਜ, ਕੀ ਕੁਝ ਤੁਹਾਡੇ ਕੋਲ ਜਾਣਕਾਰੀ ਚੰਡੀਗੜ੍ਹ ਵਾਲਿਆਂ ਨੂੰ ਨਾਈਟ ਕਰਫਿਊ ਤੋਂ ਰਾਹਤ ਮਿਲਣ ਜਾ ਰਹੀ ਹੈ ਅੱਜ? ਬਿਲਕੁਲ ਗੌਰਵ, ਹੁਣ ਜੇ ਆਪਾਂ ਗੱਲ ਕਰੀਏ ਇੱਕ ਵੱਡਾ ਫੈਸਲਾ, ਕਿਉਂਕਿ ਲਗਾਤਾਰ ਜਿਹੜੀ ਮੀਟਿੰਗ ਹੈ, ਜਿਹੜੀ ਵਾਰ ਰੂਮ ਦੀ ਮੀਟਿੰਗ ਹੁੰਦੀ ਚੰਡੀਗੜ੍ਹ ਰੇਲਵੇ ਸਟੇਸ਼ਨ ਦੀ, ਜਿਹਦੇ ਵਿੱਚ ਐਡਵਾਈਜ਼ਰ ਜਿਹੜੇ ਹੋਰ ਵੱਡੇ ਅਧਿਕਾਰੀ ਇਹਦੇ ਵਿੱਚ ਸ਼ਾਮਿਲ ਹੁੰਦੇ, ਤੇ ਇੱਕ ਵੱਡੀ ਹੁਣ ਗੱਲ ਸਾਹਮਣੇ ਆ ਰਹੀ ਹੈ ਕਿ ਹੁਣ ਜਿਹੜੀ ਮੀਟਿੰਗ ਦਾ ਦੌਰ ਚੱਲ ਰਿਹਾ, ਲੇਕਿਨ ਇਹਦੇ ਵਿੱਚ ਸਾਫ਼ ਤੌਰ ਤੇ ਹੁਣ ਇਹ ਗੱਲ ਚੱਲ ਰਹੀ ਹੈ ਕਿ ਜਿਹੜਾ ਰਾਤ ਦਾ ਜਿਹੜਾ ਕਰਫਿਊ ਹੈ ਉਹ ਪੂਰੀ ਤਰ੍ਹਾਂ ਉਹ ਖਤਮ ਕਰਨ ਦੀ ਤਿਆਰੀ ਹੈ, ਤੇ ਨਾਲ ਨਾਲ ਜਿਹੜੇ ਬਾਰ ਹੈ, ਰੈਸਟੋਰੈਂਟਸ ਨੇ, ਉਹਨਾਂ ਨੂੰ ਵੀ ਹੁਣ ਚਾਲੂ ਕਰਨ ਦੀ ਗੱਲ ਜਿਹੜੀ ਹੈ ਉਹ ਸਾਹਮਣੇ ਆ ਰਹੀ ਹੈ। ਕਿਉਂਕਿ ਲਗਾਤਾਰ ਹੁਣ ਜਿਹੜਾ ਕਰਫਿਊ ਦਾ ਟਾਈਮ ਸੀ, ਲਾਕਡਾਊਨ ਦਾ ਟਾਈਮ ਸੀ, ਕਿਤੇ ਨਾ ਕਿਤੇ ਜਿਹੜੇ ਬਿਜ਼ਨਸਮੈਨ, ਵਪਾਰੀ ਜਿਹੜੇ ਆ ਉਹ ਕਾਫੀ ਵਿਰੋਧ ਕਰ ਰਹੇ ਸੀ, ਲੇਕਿਨ ਹੁਣ ਇੱਕ ਵੱਡਾ ਫੈਸਲਾ ਲੈਂਦੇ ਹੋਏ, ਹਾਲਾਂਕਿ ਔਡ ਇਵਨ ਦਾ ਜਿਹੜਾ ਫਾਰਮੂਲਾ ਹੈ, ਔਡ ਇਵਨ ਦਾ ਜਿਹੜਾ ਵੀ ਫਾਰਮੂਲਾ ਇੱਥੇ ਲਾਇਆ ਹੋਇਆ ਚੰਡੀਗੜ੍ਹ ਦੀ ਜਿਹੜੀ ਸ਼ਾਪਸ ਨੇ, ਉਹਨਾਂ ਤੇ ਹਜੇ ਫੈਸਲਾ ਬਾਕੀ ਹੈ, ਯਾਨੀ ਆਉਣ ਵਾਲੇ ਦਿਨਾਂ 'ਚ ਇਹਦੇ 'ਚ ਵੀ ਫੈਸਲਾ ਹੋ ਸਕਦਾ ਹੈ। ਲੇਕਿਨ ਉਹ ਵੱਡੀ ਗੱਲ ਹੈ ਕਿ ਜਿਹੜਾ ਰਾਤ ਦਾ ਕਰਫਿਊ ਹੈ ਤੇ ਨਾਲ ਹੀ ਜਿਹੜੇ ਰੈਸਟੋਰੈਂਟਸ ਨੇ, ਬਾਰ ਨੇ, ਉਹ ਓਪਨ ਹੋ ਸਕਦੇ ਨੇ ਥੋੜੀ ਦੇਰ ਤੱਕ। ਇਹ ਜਿਹੜਾ ਫੈਸਲਾ ਹੈ, ਜਿਹੜੀ ਨੋਟੀਫਿਕੇਸ਼ਨ ਹੈ ਉਹ ਹੋ ਸਕਦੀ ਹੈ। ਜਿਹੜੀ ਮੀਟਿੰਗ ਹੈ ਉਹ ਲਗਾਤਾਰ ਹੁਣ ਜਾਰੀ ਹੈ ਤੇ ਇਹਦੇ ਵਿੱਚ ਇੱਕ ਅਹਿਮ ਫੈਸਲਾ ਜਿਹੜਾ ਹੈ ਉਹ ਲਿੱਤਾ ਜਾ ਰਿਹਾ ਹੈ ਕਿ ਬਈ ਜਿਹੜਾ ਰਾਤ ਦਾ ਕਰਫਿਊ ਹੈ, ਜਿਹੜਾ 10 ਤੋਂ ਲੈ ਕੇ ਸਵੇਰੇ ਤੱਕ ਕਰਫਿਊ ਚੱਲਦਾ ਸੀ, ਉਹ ਹੁਣ ਖਤਮ। ਇਹਦੇ ਵਿੱਚ ਇੱਕ ਗੱਲ ਹੋਰ ਹੈ ਗੌਰਵ, ਤੇ ਹੁਣ ਜਿਹੜੀ ਸ਼ਾਪਸ ਨੂੰ ਬੰਦ ਕੀਤਾ ਜਾਂਦਾ ਸੀਗਾ 8-9 ਵਜੇ ਤੱਕ, ਉਹਦੇ 'ਚ ਵੀ ਹੁਣ ਰਾਹਤ ਜਿਹੜੀ ਹੈ ਦੁਕਾਨਦਾਰਾਂ ਨੂੰ, ਜਿਹੜੇ ਸ਼ਾਪਕੀਪਰਸ ਨੇ, ਉਹਨਾਂ ਨੂੰ ਮਿਲ ਸਕਦੀ ਹੈ। ਤਾਂ ਕਹਿ ਸਕਦੇ ਹਾਂ ਕਿ ਅਸੀਂ ਚੰਡੀਗੜ੍ਹ ਦੇ ਜਿਹੜੇ ਵਪਾਰੀ ਨੇ, ਚੰਡੀਗੜ੍ਹ ਦੇ ਜਿਹੜੇ ਸ਼ਾਪਕੀਪਰਸ ਨੇ, ਉਹਨਾਂ ਨੂੰ ਕਿਤੇ ਨਾ ਕਿਤੇ ਹੁਣ ਰਾਹਤ ਜਿਹੜੀ ਹੈ ਉਹ ਜ਼ਰੂਰ ਮਿਲੇਗੀ। ਗੌਰਵ, ਠੀਕ ਹੈ ਮਨੋਜ, ਤੁਸੀਂ ਨਜ਼ਰ ਬਣਾਏ ਰੱਖੋ, ਤੁਹਾਡੇ ਤੋਂ ਅੱਗੇ ਵੀ ਅਪਡੇਟ ਲੈਂਦੇ ਰਹਾਂਗੇ। ਇਸ ਸਮੇਂ ਚੰਡੀਗੜ੍ਹ ਨੂੰ ਲੈ ਕੇ ਵੱਡੀ ਖਬਰ ਅਸੀਂ ਇੰਤਜ਼ਾਰ ਕਰ ਰਹੇ ਹਾਂ। ਜਿਵੇਂ ਚੰਡੀਗੜ੍ਹ ਦੀਆਂ ਗਾਈਡਲਾਈਨਸ ਆਉਂਦੀਆਂ ਨੇ, ਇਹ ਸਿਰਫ ਚੰਡੀਗੜ੍ਹ ਤੱਕ ਸੀਮਿਤ ਨਹੀਂ ਹੈ, ਕਿਉਂਕਿ ਤੁਸੀਂ ਦੇਖੋ ਜੇਕਰ ਚੰਡੀਗੜ੍ਹ ਕੋਈ ਹੋਰ ਢਿੱਲ ਦਿੰਦਾ ਜਾਂ ਨਾਈਟ ਕਰਫਿਊ ਖਤਮ ਕਰ ਦਿੰਦਾ ਤਾਂ ਉਸ ਤੋਂ ਬਾਅਦ ਪੰਜਾਬ ਦਾ ਕੀ ਰੁਖ ਹੋਏਗਾ, ਉਸ ਦੇ ਉੱਤੇ ਵੀ ਲਾਜ਼ਮੀ ਤੌਰ ਤੇ ਨਜ਼ਰ ਰਹੇਗੀ। ਕਿਉਂਕਿ ਇੱਕ ਜਗ੍ਹਾ ਤੇ ਆ ਕੇ ਤੁਸੀਂ ਦੇਖੋ, ਚੰਡੀਗੜ੍ਹ ਤੇ ਮੋਹਾਲੀ ਬਿਲਕੁਲ ਨਾਲ ਲੱਗਦੇ ਨੇ। ਮੋਹਾਲੀ ਦੇ ਵਿੱਚ ਜੇਕਰ 7 ਵਜੇ ਤੋਂ ਬਾਅਦ ਕਰਫਿਊ ਹੋਏਗਾ, ਚੰਡੀਗੜ੍ਹ ਦੇ ਵਿੱਚ ਨਾਈਟ ਕਰਫਿਊ ਹੋਏਗਾ ਹੀ ਨਹੀਂ, ਤਾਂ ਦੋਵਾਂ ਥਾਵਾਂ ਦਾ ਤਾਂ ਬਹੁਤ ਫਰਕ ਨਜ਼ਰ ਆਏਗਾ। ਕਿ ਪੰਜਾਬ ਸਰਕਾਰ ਇਸ ਦੇ ਬਾਰੇ ਸੋਚ ਰਹੀ ਹੈ, ਪੰਜਾਬ ਸਰਕਾਰ ਦੀਆਂ ਗਾਈਡਲਾਈਨਸ ਦੇ ਉੱਤੇ ਵੀ ਸਾਡੀ ਨਜ਼ਰ ਲਾਜ਼ਮੀ ਤੌਰ ਤੇ ਰਹੇਗੀ। ਫਿਲਹਾਲ ਚੰਡੀਗੜ੍ਹ ਦਾ ਤੁਹਾਨੂੰ ਅਪਡੇਟ ਦੇ ਰਿਹਾ ਕਿ ਚੰਡੀਗੜ੍ਹ ਦੇ ਵਿੱਚ ਥੋੜੀ ਦੇਰ ਦੇ ਵਿੱਚ ਗਾਈਡਲਾਈਨਸ ਜਾਰੀ ਹੋਣਗੀਆਂ। ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਦੀਆਂ ਅਹਿਮ ਮੀਟਿੰਗ ਜਾਰੀ ਹੈ ਤੇ ਨਾਈਟ ਕਰਫਿਊ ਹਟਾਉਣ ਦਾ ਜ਼ਿਕਰ ਕੀਤਾ ਜਾ ਰਿਹਾ ਹੈ। ਹੁਣ ਅੱਗੇ ਵਧਦੇ ਹਿਮਾਚਲ ਦਾ ਅਸੀਂ ਰੁਖ ਕਰ ਲੈਂਦੇ ਹਾਂ। ਪੰਜਾਬ ਦਾ ਇੰਤਜ਼ਾਰ ਹੋ ਰਿਹਾ ਕਿ ਕਦੋਂ ਗਾਈਡਲਾਈਨਸ ਆਉਂਦੀਆਂ ਨੇ, ਪਰ ਇਸ ਸਭ ਦੇ ਵਿਚਾਲੇ ਹਿਮਾਚਲ ਤੋਂ ਵੱਡੀ ਖਬਰ ਹੈ। ਹਿਮਾਚਲ ਦੇ ਵਿੱਚ ਅਨਲੌਕ 4 ਦੀਆਂ ਗਾਈਡਲਾਈਨਸ ਆ ਗਈਆਂ ਨੇ। ਜੀ ਹਾਂ, ਹਿਮਾਚਲ ਦੇ ਵਿੱਚ ਕੇਂਦਰ ਦੇ ਨਿਰਦੇਸ਼ ਹੀ ਲਾਗੂ ਕੀਤੇ ਜਾਣਗੇ। 30 ਸਤੰਬਰ ਤੱਕ ਜਾਰੀ ਰਹੇਗਾ ਲਾਕਡਾਊਨ। ਹਿਮਾਚਲ ਦੇ ਵਿੱਚ ਐਂਟਰੀ ਦੇ ਲਈ ਰਜਿਸਟ੍ਰੇਸ਼ਨ ਅਜੇ ਵੀ ਜ਼ਰੂਰੀ ਹੋਵੇਗੀ। ਮੰਦਿਰ ਖੋਲਣ ਦੇ ਲਈ ਅਜੇ ਐਸਓਪੀਜ਼ ਦਾ ਇੰਤਜ਼ਾਰ ਹੈ। ਵੱਡੀ ਖਬਰ ਅਸੀਂ ਹਿਮਾਚਲ ਪ੍ਰਦੇਸ਼ ਦੇ ਨਾਲ, ਗੁਆਂਢੀ ਸੂਬੇ ਦੇ ਨਾਲ ਅਸੀਂ ਤੁਹਾਨੂੰ ਜੁੜੀ ਹੋਈ ਦੇ ਰਹੇ ਹਾਂ। ਹਿਮਾਚਲ ਪ੍ਰਦੇਸ਼ ਦੇ ਵਿੱਚ ਐਂਟਰੀ ਦੇ ਲਈ ਰਜਿਸਟ੍ਰੇਸ਼ਨ ਅਜੇ ਵੀ ਜ਼ਰੂਰੀ ਹੈ, ਯਾਨੀ ਕਿ ਜੇਕਰ ਤੁਸੀਂ ਹਿਮਾਚਲ ਜਾਣਾ ਚਾਹੁੰਦੇ ਹੋ ਤਾਂ ਤੁਹਾਨੂੰ ਰਜਿਸਟ੍ਰੇਸ਼ਨ ਕਰਵਾਉਣੀ ਹੋਵੇਗੀ। ਇਹ ਉੱਥੇ ਦੇ ਐਡਮਿਨਿਸਟ੍ਰੇਸ਼ਨ ਨੇ, ਸਰਕਾਰ ਨੇ ਸਾਫ਼ ਕਰ ਦਿੱਤਾ। ਹਿਮਾਚਲ ਦੇ ਵਿੱਚ ਅਨਲੌਕ 4 ਦੀਆਂ ਜਿਹੜੀਆਂ ਗਾਈਡਲਾਈਨਸ ਆ ਚੁੱਕੀਆਂ ਨੇ, ਕੇਂਦਰ ਦੇ ਨਿਰਦੇਸ਼ ਹੀ ਲਾਗੂ ਕੀਤੇ ਜਾਣਗੇ। ਹਿਮਾਚਲ ਪ੍ਰਦੇਸ਼ ਦੇ ਵਿੱਚ 30 ਸਤੰਬਰ ਤੱਕ ਲਾਕਡਾਊਨ ਜਾਰੀ ਰਹੇਗਾ ਪਾਬੰਦੀਆਂ ਦੇ ਨਾਲ। ਪਰ ਦੂਜੇ ਪਾਸੇ ਦੇਖਿਆ ਜਾਵੇ, ਕਿਉਂਕਿ ਕੇਂਦਰ ਨੇ ਤਾਂ ਬਹੁਤ ਸਾਰੀਆਂ ਹਦਾਇਤਾਂ ਦਿੱਤੀਆਂ ਨੇ, ਹਿਮਾਚਲ ਨੂੰ ਦੇਵ ਭੂਮੀ ਕਿਹਾ ਜਾਂਦਾ ਹੈ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਸ਼ਰਧਾਲੂ ਪਹੁੰਚਦੇ ਨੇ ਹਿਮਾਚਲ ਪ੍ਰਦੇਸ਼। ਵੱਖ-ਵੱਖ ਥਾਵਾਂ ਦੇ ਉੱਤੇ ਦਰਸ਼ਨਾਂ ਦੇ ਲਈ ਜਿਹੜੇ ਹਿਮਾਚਲ ਪ੍ਰਦੇਸ਼ ਦੇ ਵਿੱਚ ਪੁਰਾਤਨ ਮੰਦਿਰ ਹੈਗੇ ਨੇ
ਤਾਂ ਐਸਓਪੀਜ਼ ਜਾਰੀ ਹੋਣਗੀਆਂ, ਉਸ ਤੋਂ ਬਾਅਦ ਹੀ ਮੰਦਿਰ ਖੋਲੇ ਜਾਣਗੇ। ਇਹ ਵੀ ਹਿਮਾਚਲ ਦੇ ਐਡਮਿਨਿਸਟ੍ਰੇਸ਼ਨ ਦੇ ਵੱਲੋਂ ਕਿਹਾ ਗਿਆ ਹੈ। ਤਾਂ ਅਸੀਂ ਇੰਤਜ਼ਾਰ ਕਰ ਰਹੇ ਹਾਂ ਕਿ ਪੰਜਾਬ ਦੀਆਂ ਗਾਈਡਲਾਈਨਸ ਕਦੋਂ ਆਉਣ, ਪਰ ਹਿਮਾਚਲ ਦੀਆਂ ਗਾਈਡਲਾਈਨਸ ਸਾਹਮਣੇ ਆ ਚੁੱਕੇ ਨੇ ਤੇ ਇਸ ਵਿਚਾਲੇ ਚੰਡੀਗੜ੍ਹ ਦੀਆਂ ਗਾਈਡਲਾਈਨਸ ਦਾ ਵੀ ਇੰਤਜ਼ਾਰ ਕੀਤਾ ਜਾ ਰਿਹਾ ਹੈ ਕਿ ਚੰਡੀਗੜ੍ਹ ਦੀਆਂ ਗਾਈਡਲਾਈਨਸ ਜਿਹੜੀਆਂ ਨਵੀਆਂ ਹੁੰਦੀਆਂ ਨੇ ਉਸ ਦੇ ਵਿੱਚ ਕੀ ਹੋਏਗਾ। ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਜੋ ਜਾਰੀ ਕੀਤੀਆਂ ਜਾਣਗੀਆਂ ਉਸ ਦਾ ਵੀ ਇੰਤਜ਼ਾਰ ਹੈ। ਤਾਂ ਸਾਫ਼ ਹੈ ਕਿ ਜਿਸ ਤਰੀਕੇ ਨਾਲ ਕੇਂਦਰ ਸਰਕਾਰ ਦੇ ਵੱਲੋਂ ਗਾਈਡਲਾਈਨਸ ਜਾਰੀ ਕੀਤੀਆਂ ਗਈਆਂ, ਬਹੁਤ ਸਾਰੇ ਉੱਥੇ ਜਿਹੜੇ ਜ਼ਰੂਰ ਰਿਆਇਤਾਂ ਦਿੱਤੀਆਂ ਗਈਆਂ ਨੇ, ਚਾਹੇ ਵਿਆਹ ਸਮਾਗਮ ਹੋਣ, ਮੈਟਰੋ ਸੇਵਾ ਨੂੰ ਲੈ ਕੇ ਵੀ ਕੇਂਦਰ ਦੇ ਵੱਲੋਂ ਹੁਕਮ ਦਿੱਤੇ ਗਏ। ਤੇ ਇਸ ਵਿਚਾਲੇ ਹਿਮਾਚਲ ਪ੍ਰदेश ਤੋਂ ਵੀ ਵੱਡੀ ਖबर आ रही है। रुक करते हैं प्रदीप ठाकुर मेरे सहयोगी इस समय शिमला तो साडे नाल फोन लाइन ते जुड़ रहे हैं। प्रदीप, जानना चाहेंगे क्या कुछ नई गाइडलाइंस में है? दो चीजें समझ आ रही हैं कि एक तो केंद्र ने जो जारी की एसओपीज या फिर गाइडलाइंस वही लागू होंगी, लेकिन दूसरी तरफ वीकेंड लॉकडाउन का भी जिक्र हो रहा है। क्या हिमाचल में लॉकडाउन रहेगा? बिल्कुल गौरव, देखिए जो हिमाचल प्रदेश सरकार ने आज गाइडलाइन जारी कर दी है अनलॉक 4, और इसमें जो महत्वपूर्ण बात है वो यही है कि जो केंद्र सरकार ने गाइडलाइन जारी की है, यानी केंद्र ने कहा है कि केंद्र के पूछे बगैर कहीं भी लॉकडाउन नहीं लगाया जाएगा, चाहे वो वीकेंड हो या फिर बाकी लॉकडाउन हो। लेकिन जो कंटेनमेंट जोन में लॉकडाउन है वो पहले की तरह ही है, केंद्र की गाइडलाइन के मुताबिक ही वो लॉकडाउन चला हुआ है। और हिमाचल प्रदेश में भी वो 30 सितंबर तक बढ़ा दिया गया है, यानी 1 महीने के लिए लॉकडाउन बढ़ा दिया गया है कंटेनमेंट जोन में ही। और इसके साथ साथ जिस तरह से हिमाचल प्रदेश में बाहर से आने वाले लोगों को ई पास जो है रजिस्ट्रेशन करना पड़ता है, और केंद्र सरकार ने अपने आदेशों में भी कहा है और अभी जो ताजा गाइडलाइन आई है उसमें भी ये बात कही है कि कोई भी व्यक्ति या सामान उसको लाने ले जाने के लिए किसी प्रकार की ई पास परमिट की कोई व्यवस्था कोई राज्य नहीं करेगा, यानी आने जाने की खुली व्यवस्था रहेगी। लेकिन इसके अलग, इससे हटके जो है हिमाचल प्रदेश सरकार ने ये साफ किया है कि हिमाचल प्रदेश की व्यवस्था में रजिस्ट्रेशन की जो व्यवस्था है ये हिमाचल में आगे भी जारी रहेगी। इसमें जो पेच फंसा हुआ था वो यही था कि जो संबंधित डीसी हैं वो वेरीफाई करते थे, रजिस्ट्रेशन में जो दस्तावेज भरे गए हैं वो वेरीफाई करते थे, और उसमें कई बार जो आवेदन है वो रिजेक्ट भी हो जाया करता था, और कई बार जो परमिट है आने के लिए जो रजिस्ट्रेशन में जो अप्रूवल है वो देरी से मिलती थी। तो वो यहाँ पर कहीं ना कहीं राहत नहीं जा सकता है। लेकिन ये अभी क्योंकि आने वाले समय को लेकर कुछ समय बाद ये चीजें होनी है, तो उसको भी हिमाचल मंत्रिमंडल पहले इस बात को लेकर तय करेगा कि यहाँ के लिए क्या उपयुक्त है, उसके बाद ही उसमें जो रियायतें हैं, उसमें जो नए दिशा निर्देश हैं वो जारी होने हैं। जी गौरव। ठीक है प्रदीप, बहुत बहुत धन्यवाद साडे नाल जुड़न दे लई। इस पूरी गलबात लई हिमाचल प्रदेश ਨੂੰ ਲੈ ਕੇ ਜਿਹੜੀਆਂ ਗਾਈਡਲਾਈਨਸ ਨੇ ਉਹ ਅਸੀਂ ਆਪਣੇ ਦਰਸ਼ਕਾਂ ਨੂੰ ਦੱਸੀਆਂ ਨੇ। ਹਿਮਾਚਲ ਦੇ ਵਿੱਚ ਅਨਲੌਕ 4 ਦੀਆਂ ਗਾਈਡਲਾਈਨਸ ਜਾਰੀ ਕਰ ਦਿੱਤੀਆਂ ਗਈਆਂ ਨੇ ਤੇ ਜਿਸ ਤਰੀਕੇ ਨਾਲ ਪਹਿਲਾਂ ਜ਼ਿਕਰ ਹੋ ਰਿਹਾ ਸੀ, ਹਿਮਾਚਲ ਦੇ ਵਿੱਚ ਐਂਟਰੀ ਜੇਕਰ ਕਰਨੀ ਹੈ ਤਾਂ ਫਿਰ ਕੋਵਿਡ ਦੀ ਰਿਪੋਰਟ ਯਾਨੀ ਕਿ ਕਰੋਨਾ ਟੈਸਟ ਵਾਲੀ 96 ਘੰਟੇ ਤੁਸੀਂ ਰਿਪੋਰਟ ਟੈਸਟ ਕਰਵਾਇਆ ਹੋਵੇ ਉਹ ਵਾਲੀ ਰਿਪੋਰਟ ਹੋਣੀ ਚਾਹੀਦੀ ਹੈ, ਰਜਿਸਟ੍ਰੇਸ਼ਨ ਜ਼ਰੂਰੀ ਹੈ। ਤਾਂ ਪਾਬੰਦੀਆਂ ਤਾਂ ਅਜੇ ਵੀ ਹੈਗੀਆਂ ਨੇ ਹਿਮਾਚਲ ਪ੍ਰਦੇਸ਼ ਦੇ ਵਿੱਚ, ਤੁਸੀਂ ਸਖਤੀ ਵੀ ਇਸ ਨੂੰ ਕਹਿ ਸਕਦੇ ਹੋ। ਤੇ ਇੰਤਜ਼ਾਰ ਹੁਣ ਪੰਜਾਬ ਦਾ ਕਿ ਪੰਜਾਬ ਦੀਆਂ ਗਾਈਡਲਾਈਨਸ ਕਿੰਨੀ ਦੇਰ ਦੇ ਵਿੱਚ ਰਿਲੀਜ਼ ਕੀਤੀਆਂ ਜਾਂਦੀਆਂ ਨੇ। ਇੱਕ ਵੱਡੀ ਖਬਰ ਇਸ ਸਮੇਂ ਪੰਜਾਬ ਨੂੰ ਲੈ ਕੇ, ਪੰਜਾਬ ਦੇ ਵਿੱਚ ਵੀਕਐਂਡ ਲਾਕਡਾਊਨ ਜਾਰੀ ਰਹਿ ਸਕਦਾ ਹੈ। ਵੱਡੀ ਖਬਰ ਅਸੀਂ ਤੁਹਾਨੂੰ ਦੱਸ ਰਹੇ ਹਾਂ, ਨਾਈਟ ਕਰਫਿਊ ਦੇ ਵਿੱਚ ਵੀ ਰਿਆਇਤ ਦੀ ਉਮੀਦ ਬਹੁਤ ਘੱਟ ਹੈ ਪੰਜਾਬ ਦੇ ਵਿੱਚ। ਪੰਜਾਬ ਨੇ ਕੇਂਦਰ ਸਰਕਾਰ ਤੋਂ ਇਜਾਜ਼ਤ ਮੰਗੀ ਹੈ, ਕਿਉਂਕਿ ਕੇਂਦਰ ਸਰਕਾਰ ਨੇ ਸਾਫ਼ ਕਰ ਦਿੱਤਾ ਕਿ ਜਿਹੜੀਆਂ ਸਟੇਟ ਗਵਰਨਮੈਂਟਸ ਨੇ ਉਹ ਆਪਣੇ ਆਧਾਰ ਦੇ ਉੱਤੇ ਜਾ ਕੇ ਲਾਕਡਾਊਨ ਨਹੀਂ ਲਗਾ ਸਕਦੀਆਂ ਤੇ ਉਹਨਾਂ ਨੂੰ ਕੇਂਦਰ ਸਰਕਾਰ ਤੋਂ ਇਜਾਜ਼ਤ ਲੈਣੀ ਹੋਵੇਗੀ। ਤਾਂ ਕੇਂਦਰ ਦੇ ਜਵਾਬ ਤੋਂ ਬਾਅਦ ਹੀ ਪੰਜਾਬ ਦੇ ਵੱਲੋਂ ਜਿਹੜੀਆਂ ਗਾਈਡਲਾਈਨਸ ਨੇ ਉਹ ਜਾਰੀ ਕੀਤੀਆਂ ਜਾਣਗੀਆਂ। ਸ਼ਾਮ ਤੱਕ ਹੋ ਸਕਦਾ ਕਿ ਥੋੜੀ ਦੇਰ ਦੇ ਵਿੱਚ ਹੀ ਜਿਹੜੀਆਂ ਨਵੀਆਂ ਗਾਈਡਲਾਈਨਸ ਪੰਜਾਬ ਦੇ ਵਿੱਚੋਂ ਜਾਰੀ ਕਰ ਦਿੱਤੀਆਂ ਜਾਣ। ਦੇਸ਼ ਭਰ ਦੇ ਵਿੱਚ ਕੱਲ ਤੋਂ ਅਨਲੌਕ 4 ਸ਼ੁਰੂ ਹੋ ਰਿਹਾ, ਵਿੱਚ ਵੀ ਲਾਜ਼ਮੀ ਤੌਰ ਤੇ ਸ਼ੁਰੂ ਹੋਏਗਾ। ਅਨਲੌਕ 4 ਦੇ ਵਿੱਚ ਕੇਂਦਰ ਨੇ ਵੱਡੀਆਂ ਰਿਆਇਤਾਂ ਦਿੱਤੀਆਂ ਨੇ, ਜੋ ਅਸੀਂ ਜ਼ਿਕਰ ਵੀ ਪਹਿਲਾਂ ਕਰ ਰਹੇ ਸੀ। ਪਰ ਪੰਜਾਬ ਦੇ ਵਿੱਚ ਦੇਖੋ, ਪੰਜਾਬ ਦੇ ਵਿੱਚ ਇਸ ਸਮੇਂ ਬਹੁਤ ਸਾਰੀਆਂ ਪਾਬੰਦੀਆਂ ਨੇ, ਜਿਵੇਂ ਕਿ ਸ਼ਾਮ ਨੂੰ 7 ਵਜੇ ਤੋਂ ਬਾਅਦ ਪੰਜਾਬ ਦੇ ਵਿੱਚ ਕਰਫਿਊ ਹੈ। ਖਾਸ ਤੌਰ ਤੇ ਜਿਹੜੇ ਮਿਊਨਿਸਪਲ ਕੌਂਸਲ ਜਾਂ ਨਗਰ ਨਿਗਮਾਂ ਦੀ ਹੱਦ ਦੇ ਅੰਦਰ ਖੇਤਰ ਆਉਂਦੇ ਨੇ ਉਹਨਾਂ ਦੇ ਵਿੱਚ ਕਰੀਬ 167 ਸ਼ਹਿਰ ਤੇ ਕਸਬੇ ਪੰਜਾਬ ਦੇ ਵਿੱਚ ਹੈਗੇ ਨੇ, ਜਿੱਥੇ ਨਗਰ ਕੌਂਸਲ, ਨਗਰ ਨਿਗਮ ਹੈਗੇ ਨੇ। ਉਸ ਤੋਂ ਬਾਅਦ ਦੂਜੀ ਜਿਹੜੀ ਅਹਿਮ ਪਾਬੰਦੀ ਹੈ, 6:30 ਵਜੇ ਸ਼ਾਮ ਨੂੰ ਪੰਜਾਬ 'ਚ ਹੁਣ ਦੁਕਾਨਾਂ ਬੰਦ ਹੋ ਜਾਂਦੀਆਂ ਨੇ। ਪੰਜਾਬ ਦੇ ਵਿੱਚ ਸ਼ਨੀਵਾਰ ਤੇ ਐਤਵਾਰ ਨੂੰ ਵੀਕਐਂਡ ਲਾਕਡਾਊਨ ਲਗਾਇਆ ਗਿਆ, ਯਾਨੀ ਕਿ ਦੁਕਾਨਾਂ ਬੰਦ ਰਹਿੰਦੀਆਂ ਨੇ। ਪਰ ਇਹ 31 ਅਗਸਤ ਤੱਕ ਹੈ, ਯਾਨੀ ਕਿ ਅੱਜ ਤੱਕ ਹੈ। ਕੱਲ ਤੋਂ ਕੀ ਹੋਏਗਾ ਉਸ ਦੇ ਲਈ ਗਾਈਡਲਾਈਨ ਸਰਕਾਰ ਨੂੰ ਲਾਜ਼ਮੀ ਤੌਰ ਤੇ ਜਾਰੀ ਕਰਨੀਆਂ ਹੋਣਗੀਆਂ।
ਅਸੀਂ ਵੀ ਇੰਤਜ਼ਾਰ ਕਰ ਰਹੇ ਹਾਂ ਕਿ ਕਦੋਂ ਗਾਈਡਲਾਈਨਸ ਆਉਣ ਤੇ ਅਸੀਂ ਆਪਣੇ ਦਰਸ਼ਕਾਂ ਤੱਕ ਪਹੁੰਚਾਈਏ। ਤੇ ਇਸ ਵਿਚਾਲੇ 5 ਜ਼ਿਲ੍ਹੇ ਜੋ ਸਭ ਤੋਂ ਜ਼ਿਆਦਾ ਪ੍ਰਭਾਵਿਤ ਨੇ, ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਪਟਿਆਲਾ ਤੇ ਮੋਹਾਲੀ। ਇਹਨਾਂ 5 ਜ਼ਿਲ੍ਹਿਆਂ ਦੇ ਸ਼ਹਿਰਾਂ ਦੇ ਵਿੱਚ ਔਡ ਈਵਨ ਵੀ ਜ਼ਿਕਰ ਕੀਤਾ ਗਿਆ, ਯਾਨੀ ਕਿ 50% ਹੀ ਨਾਨ ਅਸੈਂਸ਼ੀਅਲ ਦੁਕਾਨਾਂ ਨੂੰ ਖੋਲਣ ਦੀ ਇਜਾਜ਼ਤ ਹੈ ਆਮ ਦਿਨਾਂ ਦੇ ਵਿੱਚ। ਵੀਕਐਂਡ ਲਾਕਡਾਊਨ ਤੇ ਤਾਂ ਬੰਦ ਰਹਿਣਗੀਆਂ ਆਮ ਦਿਨਾਂ ਦੇ ਵਿੱਚ, ਯਾਨੀ ਕਿ ਮੰਡੇ ਟੂ ਫਰਾਈਡੇ, ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ। ਯਾਨੀ ਕਿ ਲੋਕਾਂ ਦਾ ਰੋਜ਼ਗਾਰ ਤਾਂ ਪ੍ਰਭਾਵਿਤ ਹੋ ਰਿਹਾ। ਬਹੁਤ ਸਾਰੇ ਲੋਕਾਂ ਨੇ ਇਸ ਦੇ ਉੱਤੇ ਵੀ ਜ਼ਿਕਰ ਕੀਤਾ ਕਿ ਅਸੀਂ ਨਹੀਂ ਹੁਣੇ ਕਰ ਸਕਦੇ, ਸਾਡੇ ਰੋਜ਼ਗਾਰ ਧੰਦੇ ਬਹੁਤ ਜ਼ਿਆਦਾ ਪ੍ਰਭਾਵਿਤ ਹੋ ਰਹੇ ਨੇ। ਪਰ ਦੇਖਣਾ ਹੋਏਗਾ ਕਿ ਪੰਜਾਬ ਸਰਕਾਰ ਨਵੇਂ आदेश की दिंदी है। देखिए, गवर्नमेंट ऑफ इंडिया की जो गाइडलाइन है, क्योंकि डिजास्टर मैनेजमेंट एक्ट के तहत पूरा देश पाबंद है उस गाइडलाइन को मानने के लिए, क्योंकि पंजाब के हालात अभी सुधरे नहीं हैं। हमने टेस्टिंग बढ़ाई है, टेस्ट बढ़ाने से अभी केस बढ़ रहे हैं। 1200 से 1500 केस डेली हमारा आ रहा है, 40 से 50 लोग रोज मारे जा रहे हैं। और इसलिए पंजाब के गृह विभाग ने एक लेटर लिखी है गवर्नमेंट ऑफ इंडिया को, जिसमें हमने कहा है कि हमें कुछ खास रायतें दी जाए, खास इजाजत दी जाए एहतियात बरतने के लिए, और उसकी वेट कर रहे हैं हम। जैसे उनका रिप्लाई आएगा, पंजाब सरकार अपनी गाइडलाइन जो है वो जारी करेगी। ਤਾਂ ਸਰਕਾਰ ਦੇ ਨੁਮਾਇੰਦੇ ਦਾਅਵਾ ਕਰ ਰਹੇ ਨੇ ਕਿ ਕੇਂਦਰ ਸਰਕਾਰ ਤੋਂ ਅਸੀਂ ਇਜਾਜ਼ਤ ਮੰਗੀ ਹੈ ਤੇ ਉਸ ਤੋਂ ਬਾਅਦ ਜਿਵੇਂ ਗਾਈਡਲਾਈਨਸ ਦੇ ਉੱਤੇ ਕੋਈ ਇਜਾਜ਼ਤ ਪਹੁੰਚਦੀ ਹੈ ਪੰਜਾਬ ਸਰਕਾਰ ਕੋਲ ਤਾਂ ਫੌਰੀ ਤੌਰ ਦੇ ਉੱਤੇ ਫਿਰ ਗਾਈਡਲਾਈਨਸ ਜਾਰੀ ਕੀਤੀਆਂ ਜਾਣਗੀਆਂ। ਉਧਰ ਔਡ ਈਵਨ ਦੇ ਵਿਰੋਧ ਦੇ ਵਿੱਚ ਦੁਕਾਨਦਾਰ ਹੁਣ ਡਟੇ ਹੋਏ ਨਜ਼ਰ ਆਉਂਦੇ ਨੇ। ਆਰਥਿਕ ਨੁਕਸਾਨ ਦਾ ਉਹਨਾਂ ਦੇ ਵੱਲੋਂ ਹਵਾਲਾ ਦਿੱਤਾ ਜਾ ਰਿਹਾ ਹੈ। ਪੰਜਾਬ 'ਚ ਵੱਖ-ਵੱਖ ਥਾਵਾਂ ਤੋਂ ਤਸਵੀਰਾਂ ਨਜ਼ਰ ਆਈਆਂ ਨੇ। ਹਫ਼ਤੇ ਦੇ ਵਿੱਚ 6 ਦਿਨ ਦੁਕਾਨਾਂ ਖੋਲਣ ਦੀ ਮੰਗ ਉਹਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ। ਸੂਬਾ ਸਰਕਾਰ ਨੇ 5 ਜ਼ਿਲ੍ਹਿਆਂ ਦੇ ਵਿੱਚ ਆਦੇਸ਼ ਜਾਰੀ ਕੀਤੇ ਨੇ। ਕਰੋਨਾ ਹੌਟਸਪੌਟ ਜ਼ਿਲ੍ਹਿਆਂ ਦੇ ਵਿੱਚ ਔਡ ਈਵਨ ਲਾਗੂ ਕੀਤਾ ਗਿਆ। ਜਿਵੇਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀ, ਇਹ 5 ਜ਼ਿਲ੍ਹੇ ਹੈਗੇ ਨੇ, ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਪਟਿਆਲਾ, ਮੋਹਾਲੀ। ਇਹਨਾਂ 5 ਜ਼ਿਲ੍ਹਿਆਂ ਦੇ ਵਿੱਚ ਔਡ ਈਵਨ ਦਾ ਮਤਲਬ ਕੀ ਹੈ? ਔਡ ਈਵਨ ਦਾ ਮਤਲਬ ਇਹ ਹੈ ਕਿ 50% ਹੀ ਦੁਕਾਨਾਂ ਖੁੱਲ ਰਹੀਆਂ ਨੇ ਜਿਹੜੀਆਂ ਨਾਨ ਅਸੈਂਸ਼ੀਅਲ ਸਰਵਿਸਿਜ਼ ਨੇ, ਯਾਨੀ ਕਿ ਜਿਵੇਂ ਰੈਡੀਮੇਡ ਦੀਆਂ ਦੁਕਾਨਾਂ, ਜਿਵੇਂ ਕਿ ਹਾਰਡਵੇਅਰ ਦੀਆਂ ਦੁਕਾਨਾਂ, ਜਿਵੇਂ ਕਿ ਜਿਹੜੇ ਵਰਕਸ਼ਾਪਸ ਹੁੰਦੇ ਨੇ ਗੱਡੀਆਂ ਦੇ, ਹੋਰ ਚੀਜ਼ਾਂ ਦੇ। ਮਤਲਬ ਸਿੱਧਾ ਜਾ ਕਿ ਜਿਹੜੀਆਂ ਚੀਜ਼ਾਂ ਦੀ ਤੁਹਾਨੂੰ ਰੋਜ਼ਮर्रा 'ਚ ਜ਼ਰੂਰਤ ਨਹੀਂ ਪੈਂਦੀ। ਕਿਹੜੀਆਂ ਦੁਕਾਨਾਂ ਰੋਜ਼ ਖੁੱਲ ਰਹੀਆਂ ਨੇ, ਉਹ ਚਾਹੇ ਵੀਕਐਂਡ ਲਾਕਡਾਊਨ ਉਸ ਦਿਨ ਵੀ ਖੁੱਲਦੀਆਂ ਨੇ। ਕਰਿਆਨੇ ਦੀਆਂ ਦੁਕਾਨਾਂ, ਦੁੱਧ ਦੀਆਂ ਡੈਰੀਆਂ ਤੇ ਜਿਹੜੀਆਂ ਹੋਰ ਜ਼ਰੂਰੀ ਸਮਾਨ ਦੀਆਂ ਮੈਡੀਕਲ ਸਟੋਰਸ ਜਿਵੇਂ ਹੋ ਗਏ, ਇਹ ਸਾਰੇ ਖੁੱਲ ਰਹੇ ਨੇ। ਪਰ ਬਾਕੀ ਦੁਕਾਨਾਂ ਨੂੰ 5 ਦਿਨ ਖੋਲਣ ਦੀ ਇਜਾਜ਼ਤ ਹੈ ਪੂਰੇ ਪੰਜਾਬ ਦੇ ਵਿੱਚ ਤੇ 5 ਜ਼ਿਲ੍ਹਿਆਂ ਦੇ ਵਿੱਚ, ਜਿਨ੍ਹਾਂ ਦਾ ਮੈਂ ਪਹਿਲਾਂ ਵੀ ਜ਼ਿਕਰ ਕੀਤਾ, ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਮੋਹਾਲੀ ਤੇ ਪਟਿਆਲਾ। ਇਹਨਾਂ 5 ਜ਼ਿਲ੍ਹਿਆਂ ਦੇ ਵਿੱਚ ਇਹ 5 ਦਿਨ ਵੀ ਦੁਕਾਨਾਂ ਔਡ ਈਵਨ ਦੇ ਆਧਾਰ ਦੇ ਉੱਤੇ ਹੀ ਖੁੱਲ ਰਹੀਆਂ ਨੇ, ਯਾਨੀ ਕਿ 50% ਹੀ ਦੁਕਾਨਾਂ ਰੋਜ਼ਾਨਾ ਖੁੱਲਦੀਆਂ ਨੇ। आज आप ये प्रोटेस्ट कर रहे हैं और क्या गवर्नमेंट का जो था ऑड इवन का रूल उसको नहीं मान रहे? इसलिए नहीं मान रहे क्योंकि इसके मानने से दुकानदार बिल्कुल सड़क पर आ चुका है और लोगों की दुकानदारियां बिल्कुल ज़ीरो हो चुकी हैं, जिसके कारण की मार्केट में अब ना कस्टमर है ना ही लोगों को देने के लिए तनख्वाह है। इसलिए अब इतनी बर्बादी के बाद अब तो कोरोना से मरना अच्छा समझते हैं, ना कि भूखमरी से मर जाएं। तो अभी क्या आपने डिसीजन लिया? हमने डिसीजन लिया है कि हम दुकानें मार्केट पूरा खुलेगा, पूरा खुलेगा। ऑड इवन पे हमें बहुत ही ज़्यादा नुकसान हुआ है और आगे हम बर्दाश्त नहीं कर सकते। अगर हम सच्चाई के साथ खड़े हैं और हमारे पर पर्चा करते हैं तो इस सच को झेलने के लिए हम हर वक्त तैयार हैं। तो मैं फ्राइडे को मोगे में गया था, तो जब मैं आया तो बस में 50 बंदे बैठे और 7 खड़े थे। अगर वहाँ पर 50-60 बंदों में कोरोना नहीं थी, जहाँ दुकानदार में तो बंदे ही 2-3 आते हैं। ये लोग कहाँ से करेंगे? जब बिजली का बिल है, हर खर्चा प्रॉपर है, तो कहाँ से चलाएंगे? ਅਸੀਂ ਤਾਂ ਚਾਹਾਂਗੇ ਦੁਕਾਨਾਂ ਰੋਜ਼ ਖੁੱਲਣ, ਕਿਉਂਕਿ ਸਾਡਾ ਘਰ ਦਾ ਗੁਜ਼ਾਰਾ ਇਹਨਾਂ ਤੋਂ ਹੁੰਦਾ। ਮਾਰਚ ਮਹੀਨੇ ਤੋਂ ਲਾਕਡਾਊਨ ਲੱਗਾ ਹੈ, ਆਲਰੇਡੀ 3 ਮਹੀਨੇ ਅਸੀਂ ਘਰ ਬੈਠੇ ਹਾਂ। ਠੀਕ ਹੈ, ਸਾਡੀ ਸੈਲਰੀ ਜਿਹੜੀ 50% ਸਾਨੂੰ ਸੈਲਰੀਆਂ ਮਿਲੀਆਂ। ਓਕੇ, ਉਸ ਤੋਂ ਬਾਅਦ ਮਹੀਨਾ ਕੰਮ ਚੱਲਿਆ, 15 ਦਿਨ ਦੁਕਾਨ ਤੇ, 1 ਦਿਨ ਛੱਡ ਕੇ ਘਰ ਬੈਠੇ ਆ। ਠੀਕ ਹੈ, ਉਸ ਤੋਂ ਬਾਅਦ ਹੁਣ ਤੁਸੀਂ ਕਹਿੰਦੇ ਹੋ ਕਿ ਈਵਨ ਆਊਟ ਦੇ ਹਿਸਾਬ ਨਾਲ ਦੁਕਾਨਾਂ ਖੋਲ੍ਹੀਆਂ ਜਾਣ। ਚਲੋ, ਸਾਡੀ ਕੁਮਾਰ ਮੰਡੀ ਮਾਰਕੀਟ ਨੇ ਐਸੋਸੀਏਸ਼ਨ ਨੇ ਤੈਅ ਕੀਤਾ ਕਿ ਆਪਾਂ 1 ਸਾਈਡਡ ਦੁਕਾਨਾਂ ਖੋਲਾਂਗੇ, ਲੈਫਟ ਸਾਈਡ ਐਂਡ ਰਾਈਟ ਸਾਈਡ ਡਿਸਾਈਡ ਕੀਤਾ। ਉਹਦੇ 'ਚ ਕੀ ਹੁੰਦਾ ਜੀ, ਹਫਤੇ 'ਚ 3 ਦਿਨ ਇੱਕ ਸਾਈਡ ਖੁੱਲਦੀ ਹੈ ਤੇ ਹਫਤੇ ਦੇ ਦੂਜੇ ਦਿਨ 2 ਸਾਈਡ ਖੁੱਲਦੀ ਹੈ। ਟੋਟਲ ਮਹੀਨੇ ਦੇ 10 ਦਿਨ ਦੁਕਾਨ ਖੁੱਲਦੀ ਆ। ਆਲਰੇਡੀ 50% ਤਨਖਾਹ ਮਿਲਦੀ ਹੈ, 50% ਹੁਣ ਮਾਰਕੀਟ 'ਚ 10 ਦਿਨ ਦੁਕਾਨ ਖੁੱਲੇਗੀ। ਮੰਨ ਲਓ ਸਾਨੂੰ ਤਨਖਾਹਾਂ ਕਿੱਥੋਂ ਦੇਣਗੇ?
ਤਾਂ ਆਪਣੀ ਸਮੱਸਿਆ ਦੱਸ ਰਹੇ ਨੇ ਦੁਕਾਨਦਾਰ। ਅਸੀਂ ਪੰਜਾਬ ਦਾ ਜ਼ਿਕਰ ਕਰ ਰਹੇ ਹਾਂ ਕਿਉਂਕਿ ਵੀਕਐਂਡ ਲਾਕਡਾਊਨ ਲਗਾਇਆ ਗਿਆ ਕਿ ਜਿਹੜੇ ਜ਼ਿਆਦਾ ਪ੍ਰਭਾਵਿਤ ਜ਼ਿਲ੍ਹੇ ਨੇ ਉੱਥੇ ਤਾਂ ਹੋਰ ਵੀ ਜ਼ਿਆਦਾ ਸਖਤੀ ਹੈ। ਹੁਣ ਅੱਗੇ ਵਧਦੇ ਹਾਂ, ਅਗਲੀ ਖਬਰ ਦਾ ਰੁਖ ਕਰਦੇ ਹਾਂ। ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ਉੱਤੇ ਸਿਆਸੀ ਘਮਸਾਨ ਇਸ ਸਮੇਂ ਪੰਜਾਬ ਦੇ ਵਿੱਚ ਜਾਰੀ ਹੈ। ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਇਸ ਸਮੇਂ ਮੀਡੀਆ ਦੇ ਮੁਖਾਤਿਬ ਹੋ ਰਹੇ ਨੇ। ਕੇਂਦਰੀ ਰਾਜ ਮੰਤਰੀ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ। ਉਹ ਤੁਹਾਨੂੰ ਦਿਖਾਵਾਂਗੇ। ਸੋਮ ਪ੍ਰਕਾਸ਼ ਕੇਂਦਰੀ ਰਾਜ ਮੰਤਰੀ ਨੇ ਤੇ ਸਕਾਲਰਸ਼ਿਪ ਘੁਟਾਲਾ ਹੈ ਕਿ ਉਹ ਅਸੀਂ ਤੁਹਾਨੂੰ ਗ੍ਰਾਫਿਕਸ ਦੇ ਜ਼ਰੀਏ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਤਾਂ ਸੋਮ ਪ੍ਰਕਾਸ਼ ਕੇਂਦਰੀ ਰਾਜ ਮੰਤਰੀ ਨੇ ਤੇ ਉਹਨਾਂ ਦੇ ਵੱਲੋਂ ਕੁਝ ਹੀ ਪਲਾਂ ਦੇ ਵਿੱਚ, ਕਿਉਂਕਿ ਉਹ ਪ੍ਰੈਸ ਕਾਨਫਰੰਸ ਕਰਨ ਦੇ ਲਈ ਪਹੁੰਚੇ ਹੋਏ ਨੇ, ਕੁਝ ਹੀ ਪਲਾਂ ਦੇ ਵਿੱਚ ਇਸ ਪ੍ਰੈਸ ਕਾਨਫਰੰਸ ਦੀ ਸ਼ੁਰੂਆਤ ਹੋਏਗੀ। ਤਸਵੀਰ ਤੁਹਾਨੂੰ ਨਜ਼ਰ ਆ ਰਹੀ ਹੈ। ਦਰਅਸਲ ਸਕਾਲਰਸ਼ਿਪ ਘੁਟਾਲਾ ਲਗਾਤਾਰ ਜਿਹੜਾ ਗਰਮਾਉਂਦਾ ਜਾ ਰਿਹਾ ਹੈ ਤੇ ਹੁਣ ਕਾਂਗਰਸ ਦੇ ਆਪਣੇ ਵੀ ਨਿਸ਼ਾਨਾ ਸਾਧ ਰਹੇ ਨੇ। ਦੁੱਲੋਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ ਲਿਖ ਕੇ ਵੀ ਸਵਾਲ ਚੁੱਕੇ ਨੇ। ਮੁੱਖ ਮੰਤਰੀ ਦੀ ਜਾਂਚ ਤੇ ਭਰੋਸਾ ਨਹੀਂ, ਇੱਥੋਂ ਤੱਕ ਕਹਿ ਦਿੱਤਾ ਗਿਆ ਸੀਬੀਆਈ ਜਾਂ ਹਾਈ ਕੋਰਟ ਦੇ ਸਿਟਿੰਗ ਜੱਜ ਤੋਂ ਮਾਮਲੇ ਦੀ ਜਾਂਚ ਕਰਵਾਈ ਜਾਵੇ। ਸਕਾਲਰਸ਼ਿਪ ਘੁਟਾਲਾ ਹੈ ਕਿ ਉਹ ਵੀ ਅਸੀਂ ਤੁਹਾਨੂੰ ਨਾਲ ਨਾਲ ਦੱਸਣ ਦੀ ਕੋਸ਼ਿਸ਼ ਕਰ ਰਹੇ ਹਾਂ। ਸੋਮ ਪ੍ਰਕਾਸ਼ ਥੋੜੀ ਦੇਰ ਦੇ ਵਿੱਚ ਬੋਲਣਗੇ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਕੀ ਕੁਝ ਉਹਨਾਂ ਦੇ ਵੱਲੋਂ ਕਿਹਾ ਜਾਂਦਾ, ਕਿਉਂਕਿ ਪੰਜਾਬ ਦੇ ਨਾਲ ਉਹ ਤਾਲੁਕ ਰੱਖਦੇ ਨੇ। ਤਾਂ ਜਿਵੇਂ ਸ਼ੁਰੂਆਤ ਕਰਦੇ ਹਾਂ ਆਪਣੀ ਪ੍ਰੈਸ ਕਾਨਫਰੰਸ ਦੀ, ਸੋਮ ਪ੍ਰਕਾਸ਼ ਅਸੀਂ ਰੁਕ ਕਰਾਂਗੇ ਕੇਂਦਰੀ ਰਾਜ ਮੰਤਰੀ ਦੀ ਪ੍ਰੈਸ ਕਾਨਫਰੰਸ ਦਾ। ਪਰ ਇਸ ਵਿਚਾਲੇ ਜਿਸ ਤਰੀਕੇ ਨਾਲ ਸਿਆਸਤ ਭਗਦੀ ਹੋਈ ਨਜ਼ਰ ਆ ਰਹੀ ਹੈ ਉਸ ਦਾ ਜ਼ਿਕਰ ਕਰੀਏ। ਸੀਬੀਆਈ ਜਾਂ ਹਾਈ ਕੋਰਟ ਦੇ ਸਿਟਿੰਗ ਜੱਜ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਜਾ ਰਹੀ ਹੈ। ਕਾਂਗਰਸ ਦੇ ਆਪਣਿਆਂ ਵੱਲੋਂ ਹੀ ਕਥਿਤ ਸਕਾਲਰਸ਼ਿਪ ਘੁਟਾਲੇ ਦੇ ਉੱਤੇ ਸਿਆਸੀ ਸੰਗਰਾਮ ਛਿੜਿਆ ਹੋਇਆ ਹੈ। ਭਾਜਪਾ ਤੋਂ ਬਾਅਦ ਹੁਣ ਦੁੱਲੋਂ ਨੇ ਵੀ ਨਿਸ਼ਾਨਾ ਸਾਧਿਆ। ਦੁੱਲੋਂ ਨੇ ਮੁੱਖ ਮੰਤਰੀ ਨੂੰ ਚਿੱਠੀ ਲਿਖ ਕੇ ਸਵਾਲ ਚੁੱਕੇ ਨੇ। ਮੁੱਖ ਸਕੱਤਰ ਦੀ ਜਾਂਚ ਤੇ ਭਰੋਸਾ ਨਹੀਂ ਹੈ। ਦੁੱਲੋਂ ਸੀਬੀਆਈ ਜਾਂ ਹਾਈ ਕੋਰਟ ਦੇ ਸਿਟਿੰਗ ਜੱਜ ਤੋਂ ਜਾਂਚ ਕਰਵਾਈ ਜਾਵੇ। ਦੁੱਲੋਂ ਨੇ ਕਿਹਾ ਹੈ ਘੁਟਾਲੇ ਦੇ ਵਿੱਚ ਸਿਰਫ ਮੰਤਰੀ ਨਹੀਂ ਅਧਿਕਾਰੀ ਵੀ ਸ਼ਾਮਲ ਨੇ। ਤਾਂ ਸਰਕਾਰ ਦੇ ਆਪਣੇ ਹੀ ਨਿਸ਼ਾਨੇ ਸਾਧ ਰਹੇ ਨੇ ਤੇ ਕਥਿਤ ਸਕਾਲਰਸ਼ਿਪ ਘੁਟਾਲੇ ਮਾਮਲੇ ਦੇ ਵਿੱਚ ਨਿਰਪੱਖ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ। ਪੰਜਾਬ ਦੇ ਸਰਕਾਰ ਨੂੰ ਕੀ ਇਤਰਾਜ਼ ਹੈ ਜੀ? ਜੇ ਇਮਾਨਦਾਰ ਹੈ, ਸੁਹਿਰਦ ਹੈ, ਜੇ ਮਨ 'ਚ ਕੋਈ ਸ਼ੰਕਾ ਨਹੀਂ ਹੈ, ਇਨਸਾਫ ਦੇਣਾ ਚਾਹੁੰਦੇ ਨੇ ਹੈ ਜੀ, ਤਾਂ ਉਹ ਸੀਬੀਆਈ ਨੂੰ ਜਾਂ ਹਾਈ ਕੋਰਟ ਦੇ ਸਿਟਿੰਗ ਜੱਜ ਦੀ ਸੁਪਰਵਿਜ਼ਨ ਤੇ ਇਨਕੁਆਇਰੀ ਕਿਉਂ ਨਹੀਂ ਕਰਾਉਂਦੇ ਸੀਐਮ ਸਾਹਿਬ? ਤੁਹਾਨੂੰ ਕੋਈ ਸ਼ੰਕਾ ਹੈ ਕਿ ਕਿਉਂ ਨਹੀਂ ਦਿੱਤੀ ਜਾ ਰਹੀ? ਅਫਸਰ ਇਹਨਾਂ ਦੇ ਨੇ। ਚੀਫ ਸੈਕਟਰੀ ਕੌਣ ਹੈ? ਐਡੀਸ਼ਨ ਚੀਫ ਸੈਕਟਰੀ ਨੇ। ਇਹ 'ਚ ਇਕੱਲਾ ਇੱਕ ਮਿਨਿਸਟਰ ਨੇ ਇਨਵਾਲਵ ਨਹੀਂ ਹੈ, ਇਹ 'ਚ ਤਾਂ ਬਹੁਤ ਬੜੇ ਲੋਕ ਇਨਵਾਲਵ ਨੇ। ਤਾਂ ਸਰਕਾਰ ਦੇ ਆਪਣੇ ਸਵਾਲ ਚੁੱਕ ਰਹੇ ਨੇ। ਇਸ ਸਭ ਦੇ ਵਿਚਾਲੇ ਪ੍ਰਦਰਸ਼ਨਾਂ ਦਾ ਦੌਰ ਵੀ ਜਾਰੀ ਹੈ। ਕਥਿਤ ਸਕਾਲਰਸ਼ਿਪ ਘੁਟਾਲੇ ਤੇ ਘਮਸਾਨ ਜਾਰੀ ਹੈ। ਨਾਭਾ ਦੇ ਵਿੱਚ ਲੋਕ ਇਨਸਾਫ ਪਾਰਟੀ ਦੇ ਵੱਲੋਂ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ। ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਘਰ ਦੇ ਘਿਰਾਓ ਦੀ ਕੋਸ਼ਿਸ਼ ਕੀਤੀ ਗਈ। ਪੁਲਿਸ ਨੇ ਰਾਹ ਦੇ ਵਿੱਚ ਰੋਕ ਲਿਆ ਤੇ ਜੰਮ ਕੇ ਫਿਰ ਧੱਕਾ ਮੁੱਕੀ ਵੀ ਹੁੰਦੀ ਹੋਈ ਨਜ਼ਰ ਆਈ ਹੈ। ਕਾਰਵਾਈ ਨਾ ਹੋਈ ਤਾਂ ਮੁੱਖ ਮੰਤਰੀ ਦੀ ਕੋਠੀ ਵੀ ਘੇਰਾਂਗੇ। ਲੋਕ ਇਨਸਾਫ ਪਾਰਟੀ ਦੇ ਵਰਕਰਾਂ ਦੇ ਵੱਲੋਂ, ਆਗੂਆਂ ਦੇ ਵੱਲੋਂ ਇਹ ਜ਼ਿਕਰ ਕੀਤਾ ਗਿਆ। ਤਾਂ ਕਥਿਤ ਸਕਾਲਰਸ਼ਿਪ ਘੁਟਾਲਾ, ਇਸ ਪੂਰੇ ਮਾਮਲੇ ਦੇ ਵਿੱਚ ਲਗਾਤਾਰ ਵਿਰੋਧੀ ਸਵਾਲ ਚੁੱਕ ਰਹੇ ਨੇ। ਜਾਂਚ ਦੀ ਮੰਗ ਕੀਤੀ ਜਾ ਰਹੀ ਹੈ ਤੇ ਨਾਭਾ ਦੇ ਵਿੱਚ ਲੋਕ ਇਨਸਾਫ ਪਾਰਟੀ ਦੇ ਆਗੂਆਂ ਦੇ ਵੱਲੋਂ, ਵਰਕਰਾਂ ਦੇ ਵੱਲੋਂ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ। ਹਾਲਾਂਕਿ ਇੱਕ ਤਸਵੀਰ ਇਹ ਵੀ ਹੈ ਕਿ 31 ਅਗਸਤ ਤੱਕ ਤਾਂ ਸਰਕਾਰ ਦੇ ਵੱਲੋਂ ਕਿਸੇ ਵੀ ਤਰ੍ਹਾਂ ਦੇ ਧਰਨੇ, ਪ੍ਰਦਰਸ਼ਨ, ਰੈਲੀ ਦੇ ਉੱਤੇ ਪੋਲੀਟੀਕਲ ਇਸ ਦੇ ਉੱਤੇ ਰੋਕ ਲਗਾਈ ਗਈ ਸੀ। ਪਰ ਬਾਵਜੂਦ ਇਸ ਦੇ ਸਾਧੂ ਸਿੰਘ ਧਰਮਸੋਤ ਦੀ ਕੋਠੀ ਦਾ ਘਿਰਾਓ ਕਰਨ ਦੀ ਕੋਸ਼ਿਸ਼ ਲੋਕ ਇਨਸਾਫ ਪਾਰਟੀ ਦੇ ਵੱਲੋਂ, ਉਹਨਾਂ ਦੇ ਵਰਕਰਾਂ ਵੱਲੋਂ ਕੀਤੀ ਗਈ ਹੈ ਤੇ ਰਾਹ ਦੇ ਵਿੱਚ ਜਦੋਂ ਪੁਲਿਸ ਨੇ ਰੋਕਿਆ ਤਾਂ ਉੱਥੇ ਖੂਬ ਉਹਨਾਂ ਦੇ ਵਿਚਾਲੇ ਧੱਕਾ ਮੁੱਕੀ ਵੀ ਹੁੰਦੀ ਹੋਈ ਨਜ਼ਰ ਆਈ। ਆਪਦੇ ਆਰਡਰਾਂ ਦੇ ਵਿੱਚ ਕਹਿੰਦਾ ਕੋਈ ਵੀ ਫਾਈਲ ਮੇਰੇ ਸਾਈਨਾਂ ਤੋਂ ਬਿਨਾਂ ਜਾਣੀ ਨਹੀਂ ਚਾਹੀਦੀ। ਔਰ ਤੁਸੀਂ ਦੇਖੋ ਕਿ ਜਿਹੜੇ ਕਾਲਜਾਂ ਦੇ ਵਿੱਚ ਆ ਕਾਲਜ 8 ਕਾਲਜ ਨੇ, ਇਹਨਾਂ ਤੋਂ 8 ਕਰੋੜ ਰੁਪਈਆ ਲੈਣਾ ਸੀ। ਸਾਧੂ ਸਿੰਘ ਨਾਲ ਸੈਟਿੰਗ ਹੋਈ ਕਿ 8 ਕਰੋੜ ਰੁਪਈਆ ਜਿਹੜਾ ਤੂੰ ਸਾਡੇ ਤੋਂ ਲੈਣਾ ਸਾਨੂੰ ਮਾਫ ਕਰ ਦੇ ਤੇ ਜਿਹੜਾ ਨਵਾਂ ਤੂੰ ਦੇਵੇਂਗਾ ਇਹ ਪੈਸੇ ਤੁਹਾਨੂੰ ਦਿੱਤੇ ਜਾਣਗੇ। ਆ ਤੁਸੀਂ ਦੇਖੋ ਉਸ ਪਾਰਟੀ ਨੂੰ 16 ਕਰੋੜ ਰੁਪਈਆ, ਦੇਖੋ 16 ਕਰੋੜ ਰੁਪਈਆ ਪੂਰੀ ਰਿਪੋਰਟ ਸਾਡੇ ਕੋਲੇ 16 ਕਰੋੜ ਰੁਪਈਆ ਉਸ ਪਾਰਟੀ ਨੂੰ ਦਿੱਤਾ ਸਾਧੂ ਸਿੰਘ ਆਈਐਸ ਆਫੀਸਰ। ਤਾਂ ਪੰਜਾਬ ਦੇ ਵਿੱਚ ਕਥਿਤ ਸਕਾਲਰਸ਼ਿਪ ਘੁਟਾਲੇ ਤੇ ਸਿਆਸੀ ਸੰਗਰਾਮ ਛਿੜਿਆ ਨਜ਼ਰ ਆ ਰਿਹਾ ਹੈ। ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਖਿਲਾਫ ਵਿਰੋਧੀਆਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ। ਲੁਧਿਆਣਾ ਦੇ ਵਿੱਚ ਅਕਾਲੀ ਦਲ ਨੇ ਵਿਰੋਧ ਪ੍ਰਦਰਸ਼ਨ ਕੀਤਾ, ਜਦਕਿ ਰੋਪੜ ਦੇ ਵਿੱਚ ਆਮ ਆਦਮੀ ਪਾਰਟੀ ਨੇ ਮੋਰਚਾ ਖੋਲ੍ਹਿਆ ਹੈ। ਜਿਹਾਂ ਧਰਮਸੋਤ ਤੇ ਗਰੀਬਾਂ ਦਾ ਹੱਕ ਮਾਰਨ ਦਾ ਇਲਜ਼ਾਮ ਲਗਾਇਆ ਗਿਆ।
ਸਾਧੂ ਸਿੰਘ ਧਰਮਸੋਤ ਨੂੰ ਮੰਤਰੀ ਦੇ ਅਹੁਦੇ ਤੋਂ ਬਰਖਾਸਤ ਕੀਤੇ ਜਾਣ ਦੀ ਮੰਗ ਕੀਤੀ ਜਾ ਰਹੀ ਹੈ। ਦੋ ਤਸਵੀਰਾਂ ਤੁਹਾਡੇ ਸਾਹਮਣੇ ਨੇ, ਲੁਧਿਆਣਾ ਤੇ ਰੋਪੜ ਦੀਆਂ। ਲੁਧਿਆਣਾ ਦੇ ਵਿੱਚ ਅਕਾਲੀ ਦਲ ਦੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਤਾਂ ਆਮ ਆਦਮੀ ਪਾਰਟੀ ਨੇ ਰੋਪੜ ਦੇ ਵਿੱਚ ਮੋਰਚਾ ਖੋਲ੍ਹਿਆ, ਪ੍ਰਦਰਸ਼ਨ ਕੀਤਾ ਤੇ ਨਾਲ ਹੀ ਮੰਗ ਕੀਤੀ ਗਈ ਕਿ ਸਾਧੂ ਸਿੰਘ ਧਰਮਸੋਤ ਨੂੰ ਮੰਤਰੀ ਦੇ ਅਹੁਦੇ ਤੋਂ ਬਰਖਾਸਤ ਕੀਤਾ ਜਾਵੇ। ਇੱਕ ਛੋਟੇ ਜਿਹੇ ਬ੍ਰੇਕ ਲਈ ਰੁਕਦੇ ਹਾਂ, ਫੌਰਨ ਹਾਜ਼ਰ ਹੋਵਾਂਗੇ ਕੁਝ ਹੋਰ ਖਬਰਾਂ ਦੇ ਨਾਲ।